सो ये अपनी अगली वीडियो ਇਹਦੇ ਵਿੱਚ ਮੈਂ ਹੁਣ ਤੁਹਾਨੂੰ ਸਿਖਾਵਾਂਗਾ ਆਥਰ ਹੈਡਿੰਗ ਦਾ ਕਨਸੈਪਟ। ਵੈਸੇ ਤਾਂ ਪਹਿਲੇ ਆਪਾਂ ਕਈ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਆਥਰ ਹੈਡਿੰਗਸ ਤੇ, ਕਈਆਂ ਦੇ ਮਾਮਲੇ ਦੇ ਵਿੱਚ ਤਾਂ ਮੇਰੇ ਕੰਟਰਾਡਿਕਟਰੀ ਵਿਊ ਚੱਲਦੇ ਆ ਕਿ ਆਥਰ ਹੈਡਿੰਗ ਨੂੰ ਕਰਨ ਦਾ ਵੇ ਉਹ ਹੈ ਹੀ ਨਹੀਂ ਜੋ ਕਈ ਬੱਚੇ ਯੂਜ਼ ਕਰਦੇ ਆ। ਬੱਚੇ ਕੀ ਕਰਦੇ ਆ, ਆਥਰ ਹੈਡਿੰਗ ਨੂੰ ਪੂਰਾ ਪੜ੍ਹ ਕੇ ਲੱਭਣਾ ਸ਼ੁਰੂ ਕਰ ਦਿੰਦੇ ਆ ਤੇ ਉਹੀ ਗੱਲ ਬਾਅਦ ਵਿੱਚ ਕੁਐਸਚਨ ਨਾਲ ਪਿਆਰ ਪਾ ਲੈਂਦੇ ਆ ਤੇ ਬਾਅਦ ਵਿੱਚ ਸਮਾਂ ਨਿਕਲ ਜਾਂਦਾ ਤੇ ਕਹਿੰਦੇ ਟਾਈਮ ਨਹੀਂ ਮੈਨੇਜ ਹੋਇਆ। ਆਥਰ ਹੈਡਿੰਗ ਨੂੰ ਕਰਨ ਦਾ ਵੇ ਕੀ ਹੈ, ਉਹੀ ਸਪਲੀਸ਼ਨ ਕਰ ਦੋ। ਫਸਟ ਇਜ਼ ਪ੍ਰਾਇਮਰੀ ਐਂਡ ਅਨਦਰ ਇਜ਼ ਸੈਕੰਡਰੀ। ਦੋ ਹਿੱਸਿਆਂ ਵਿੱਚ ਵੰਡ ਦੋ। ਫਸਟ ਵਨ ਇਜ਼ ਪ੍ਰਾਇਮਰੀ ਐਂਡ ਅਨਦਰ ਵਨ ਇਜ਼ ਸੈਕੰਡਰੀ। ਆਥਰ ਹੈਡਿੰਗਸ ਤੇ ਕਦੀ ਵੀ ਸਮੇਂ ਖਰਾਬ ਨਹੀਂ ਕਰੀਦਾ, ਕਿਉਂਕਿ ਕਈ ਵਾਰ ਆਥਰ ਹੈਡਿੰਗ ਸੀਰੀਅਸਲੀ ਨਹੀਂ ਮਿਲਦੀਆਂ। ਇਹ ਗੱਲ ਨੂੰ ਮੈਂ ਵੀ ਫੋਲੋ ਕਰਦਾ। ਆਥਰ ਹੈਡਿੰਗ ਦਾ ਕਨਸੈਪਟ ਬੜਾ ਡਿਫਰੈਂਟ ਜਿਹਾ ਏ। ਹੋ ਸਕਦਾ ਏ ਇੱਕ ਪੂਰੇ ਦੇ ਪੂਰੀ ਰੀਡਿੰਗ ਦੇ ਵਿੱਚ ਇੱਕੋ ਹੀ ਆਥਰ ਚੱਲਦਾ ਰਹੇ, ਉੱਪਰ ਵੀ ਕੁਝ ਕਿਹਾ ਆ, ਵਿੱਚ ਵੀ ਕੁਝ ਕਿਹਾ ਆ, ਲਾਸਟ ਵੀ ਕੁਝ ਕਿਹਾ ਆ, ਤੇ ਸਾਰੇ ਆਨਸਰ ਇੱਕ ਦੂਜੇ ਨਾਲ ਮਿਲਦੇ ਗਿਲਦੇ ਹੋਣ ਤੇ ਆਪਾਂ ਨੂੰ ਪ੍ਰੋਪਰਲੀ ਆਨਸਰ ਹੀ ਨਾ ਫਾਈਂਡ ਹੋਵੇ, ਫਿਰ ਆਪਾਂ ਨੂੰ ਪ੍ਰੋਬਲਮ ਆਊਗੀ। ਸੋ ਇਟ ਇਜ਼ ਬੈਟਰ ਟੂ ਸਪਲਿਟ ਦ ਸੈਂਟੈਂਸ ਇਨਟੂ ਟੂ ਪਾਰਟਸ। ਫਸਟ ਵਨ ਇਜ਼ ਪ੍ਰਾਇਮਰੀ ਐਂਡ ਅਨਦਰ ਵਨ ਇਜ਼ ਸੈਕੰਡਰੀ। ਦੋ ਹਿੱਸਿਆਂ ਦੇ ਵਿੱਚ ਇਹਨਾਂ ਨੂੰ ਸਪਲਿਟ ਕਰ ਦਿਓ। ਜਿਹੜਾ ਕੀਵਰਡ ਜਿੱਥੇ ਮੈਚ ਕਰ ਗਿਆ, ਈਦਰ ਇਟ ਇਜ਼ ਪ੍ਰਾਇਮਰੀ ਔਰ ਇਟ ਇਜ਼ ਸੈਕੰਡਰੀ, ਉਹਨੂੰ ਉੱਥੇ ਹੀ ਹਿੱਟ ਕਰਾ ਦਿਓ। ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਆਹ ਜ਼ਰੂਰ ਦੇਖੋ ਸਟੇਟਮੈਂਟ ਕੀ ਦਿੱਤੀ ਹੋਈ ਹੈ। ਉਹ ਕਹਿੰਦਾ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨਸ। ਇਟ ਮੀਨਸ 99% ਕੇਸਿਸ ਦੇ ਵਿੱਚ ਕੋਈ ਇੱਕ ਆਥਰ ਦੋ ਵਾਰ ਯੂਜ਼ ਹੋਣਾ ਹੀ ਹੋਣਾ। ਓਨੀ ਦੇਰ ਤੱਕ ਆਪਾਂ ਸਟਾਰਟਿੰਗ ਤੋਂ ਆਥਰ ਨੂੰ ਨਹੀਂ ਛੱਡਣਾ ਜਦ ਤੱਕ ਉਹ ਦੋ ਵਾਰ ਯੂਜ਼ ਨਹੀਂ ਹੋ ਜਾਂਦਾ। ਮੰਨ ਲਓ ਮੈਨੂੰ 5 ਕੁਐਸਚਨ ਦਿੱਤੇ ਹੋਏ ਨੇ ਤੇ 5 ਹੀ ਮੈਨੂੰ ਆਥਰ ਦਿੱਤੇ ਹੋਏ ਆ, ਪਰ ਉਹਨੇ ਕਹਿਤਾ ਯੂ ਮੇ ਯੂਜ਼ ਐਨੀ ਵਨ ਮੋਰ ਦੈਨ ਵਨਸ। ਇਟ ਮੀਨਸ 4 ਆਥਰ ਯੂਜ਼ ਹੋਣੇ ਆ, ਇੱਕ ਜਿਹੜਾ ਆਪਾਂ ਨੂੰ ਦਿੱਤਾ ਹੋਇਆ ਉਹਦੀ ਕੋਈ ਵੀ ਯੂਜ਼ਸ ਨਹੀਂ ਹੈ। ਇਹ 99% ਕੇਸਿਸ ਦੀ ਮੈਂ ਗੱਲ ਕਰਦਾ ਪਿਆ, ਠੀਕ ਹੈ। ਇਟ ਮੀਨਸ ਕਿ ਕੋਈ 4 ਵਿੱਚੋਂ ਕੋਈ ਇੱਕ ਹੈ ਜਿਹੜਾ 2 ਵਾਰੀ ਯੂਜ਼ ਹੋਣਾ। ਆ ਵੀ ਗੱਲ ਕਲੀਅਰ ਹੋਈ ਸਾਰਿਆਂ ਨੂੰ? ਉਹੀ ਗੱਲ, ਇੱਕ ਮਹਿਲ ਖੜਾ ਕਰਨ ਤੋਂ ਪਹਿਲਾਂ ਨੀਂਹ ਮਜ਼ਬੂਤ ਕਰ ਲਓ ਫਿਰ ਅੱਗੇ ਚੱਲੇ ਹੋ। 5 ਆਥਰ ਹੈ, 5 ਕੁਐਸਚਨ ਹੈ, ਪਰ ਉਹ ਨਾਲ ਲਿਖ ਰਿਹਾ ਆਪਾਂ ਨੂੰ ਯੂ ਮੇ ਯੂਜ਼ ਐਨੀ ਵਨ ਮੋਰ ਦੈਨ ਵਨਸ। ਇਟ ਮੀਨਸ 99% ਆਫ ਦਾ ਕੇਸਿਸ ਦੇ ਵਿੱਚ ਕੀ ਹੋਊਗਾ, 4 will be equal to 5. ਇਟ ਮੀਨਸ ਕਿ ਕੋਈ ਇੱਕ ਦੋ ਵਾਰ ਯੂਜ਼ ਹੋਊਗਾ, then it will be 5 is equal to 5। ਠੀਕ ਹੈ, ਇੰਨੀ ਕੁ ਗੱਲ ਨੂੰ ਪੱਲੇ ਬੰਨ ਲਓ ਤੇ ਕੰਮ ਆਪਣਾ ਫਤਿਹ ਹੈ। ਹੁਣ ਆਪਾਂ ਆ ਨਹੀਂ ਕਿ ਇਧਰੋਂ ਲੱਭੀਏ, ਇਧਰੋਂ ਲੱਭੀਏ, ਇਧਰੋਂ ਲੱਭੀਏ, ਇਧਰੋਂ ਲੱਭੀਏ ਤੇ ਇਧਰੋਂ ਲੱਭੀਏ। ਮਤਲਬ ਪਹਿਲੇ 5 ਤੋਂ 9 ਕੁਐਸਚਨ ਪੜ੍ਹੀ ਚੱਲੀਏ ਫਿਰ ਆਪਾਂ ਆਨਸਰ ਦੇਈ ਚੱਲੀਏ। ਇਹ ਸਹੀ ਵੇ ਨਹੀਂ ਹੈਗਾ, ਇਹ ਵੇ ਗਲਤ ਹੈ। ਆਥਰਸ ਦਾ ਨਾਮ ਫਾਈਂਡ ਕਰੋ। ਮਾਈਕਲ ਕ੍ਰੋਸ, ਠੀਕ ਹੈ, ਮਾਈਕਲ ਕ੍ਰੋਸ ਵੱਲ ਆਪਾਂ ਆਂਦੇ ਪਏ ਆ। ਇਜ਼ ਇਟ ਕਲੀਅਰ? ਆਪਾਂ ਆਨਸਰ ਦੇ ਵਿੱਚ ਫਾਈਂਡ ਕਰੀਏ ਵੇਅਰ ਦ ਨੇਮ ਮਾਈਕਲ ਕ੍ਰੋਸ ਇਜ਼। ਥਰਡ ਪੈਰਾਗ੍ਰਾਫ। ਸਕਿਮਿੰਗ ਐਂਡ ਸਕੈਨਿੰਗ ਕਰਦੇ ਆਓ। ਇੱਕ ਮਿੰਟ ਕਾਕੇ, ਇੱਕ ਸੈਕਿੰਡ ਮੈਨੂੰ ਵੀ ਬੋਲ ਲੈਣ ਦਿਓ। ਮੈਂ ਮਾਈਕਲ ਕ੍ਰੋਸ ਲੱਭਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਮੈਂ ਤੁਹਾਨੂੰ ਜੋ ਕਿਹਾ, ਪਰ ਮੈਨੂੰ ਸਟਾਰਟਿੰਗ ਤੇ ਕੌਣ ਮਿਲ ਗਿਆ, ਮਾਰਕ ਪਗੇਲ। ਹੁਣ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਤੁਹਾਨੂੰ ਕਿਹਾ ਜ਼ਰੂਰ ਹੈ ਮਾਈਕਲ ਕ੍ਰੋਸ ਤੋਂ ਸ਼ੁਰੂ ਕਰੋ, ਪਰ ਫਸਟ ਪੁਆਇੰਟ ਤੇ ਕੌਣ ਬੈਠਾ ਹੋਇਆ ਆ ਕੇ, ਮਾਰਕ ਪਗੇਲ। ਸੋ ਆਪਾਂ ਪਹਿਲੇ ਮਾਰਕ ਪਗੇਲ ਨੂੰ ਜੇ ਫਾਈਂਡ ਕਰ ਲਈਏ, ਇਹ ਆਪਣੇ ਲਈ ਜ਼ਿਆਦਾ ਵਧੀਆ ਆਨਸਰ ਬਣ ਸਕਦਾ ਕਿ ਆਪਣਾ ਸਮਾਂ ਨਾ ਖਰਾਬ ਹੋਵੇ ਕਿਸੇ ਪਾਸਿਓ। ਠੀਕ ਹੈ, ਸੋ ਮਾਰਕ ਪਗੇਲ ਆਪਾਂ ਨੂੰ ਕੀ ਕਹਿ ਰਿਹਾ ਹੈ, ਆ ਰਿਹਾ at the moment we are heading for about 3 or 4 languages dominating the world, says Mark Pagel, an evolutionary biologist at the University of Reading. It is a mass extinction and whether we will ever rebound from the loss is difficult to know. ਕਹਿੰਦਾ ਇਹ ਮਾਸ ਐਕਸਟਿੰਕਸ਼ਨ ਹੋ ਰਿਹਾ ਹੈ ਤੇ ਆਪਾਂ ਕਦੀ ਇਹਨੂੰ ਤੋਂ ਉੱਭਰ ਵੀ ਪਾਵਾਂਗੇ ਕਿ ਨਹੀਂ, ਇਹਦੇ ਬਾਰੇ ਆਪਾਂ ਹਲੇ ਕੁਝ ਨਹੀਂ ਕਹਿ ਸਕਦੇ। ਠੀਕ ਹੈ, ਹੋਰ ਕਿਤੇ ਮਾਰਕ ਪਗੇਲ ਹੈਗੇ? ਆ ਵੀ ਅੱਗੇ ਆਹੀ ਚੱਲ ਰਿਹਾ ਮਾਰਕ ਪਗੇਲ ਹੀ। ਆਈਸੋਲੇਸ਼ਨ ਵਾਲਾ ਜੋ ਵੀ ਸਾਰਾ ਚੱਲ ਰਿਹਾ ਹੈ ਇਹ ਸਾਰਾ ਮਾਰਕ ਪਗੇਲ ਤੇ ਚੱਲ ਰਿਹਾ ਹੈ। ਇਟ ਇਜ਼ ਅਨਨੈਸੈਸਰੀ these small languages that are about to disappear. Navajo is considered endangered despite 150,000 speakers.
what makes a language endangered is not just the number of speakers but how old they are. If it is spoken by a child it is relatively safe. The critically endangered, बस खत्म हो गया इत्थे आके मार्क पगेल इतना खत्म हो गया। एक सेकंड, हुण जो गल्लां आपां पढ़ियां ने ये आपां क्वेश्चन च फाइंड करिए, आपां मिलियां किते। endangered languages cannot be saved unless people learn to speak more than one language। कहंदा endangered language उन्नी देर तक, आ देखो हुण मैं नाल स्कीमिंग एंड स्कैनिंग का कंसैप्ट तैयार करन जा रहे हैं। एंड जो अपना फिफ्थ है, फिफ्थ विच की है, ये कहंदा सेव आपां नहीं कर सकते, ठीक है, जब तक लोकी मोर देन वन लैंग्वेज ना बोलन। वॉट इज द मीनिंग ऑफ मोनोलिंगवल, एक भाषा बोलने वाला, एंड वॉट इज द मीनिंग ऑफ बाईलिंगवल, मोर देन वन इज इक्वल टू टू, बाईलिंगवल, एंड मोर देन टू विल बी इज इक्वल टू मल्टीलिंगवल। इट मीनस आपां नूं किते किते बाईलिंगवल वर्ड फाइंड करना जरूरी हो गया। मेरा पॉइंट समझे कितना किते। सिक्स्थ विच वो आपां नूं की कह रहे हैं, सेविंग लैंग्वेजेस फ्रॉम एक्सटिंक्शन इज नॉट इन इटसेल्फ अ सैटिस्फैक्टरी गोल। सेविंग लैंग्वेज इस प्राइमरी हो गया, अगला आ गया सैटिस्फैक्टरी गोल, ये अपना सेकंड आ गया। नॉट अ सैटिस्फैक्टरी गोल वर्ड यूज होया। ये अपना सैकंड क्वेश्चन एक्सप्लेन होया। हाले तक अपन मार्क पगेल का पर आंसर नहीं मिलता पिया, ठीक है। द वे वी थिंक मे बी डिटरमाइंड आवर लैंग्वेज, आवर थिंकिंग वे डिटरमाइंड बाय लैंग्वेज। आवर लैंग्वेज, आवर अपनी बोली केड़ी है, पंजाबी, ये अपनी लैंग्वेज आ। अंग्रेज़ों की बोली केड़ी है, इंग्लिश, ये उन्होंने लैंग्वेज है। सो इत्थे सब तो कीवर्ड की मैटर करता पे आव, आर जिन्हों आप कह सकते हैं। यंग पीपल ऑफन रिजेक्ट द एस्टैबलिश्ड वे ऑफ दियर लाइफ इन दियर कम्यूनिटी। यंग पीपल अक्सर उस चीज़ को रिजेक्ट करते हैं। यंग पीपल ऑफन रिजेक्ट केड़ा वे, एस्टैबलिश वे दियर कम्यूनिटी। अपनी कम्यूनिटी का एस्टैबलिश वे अक्सर लोग की कर देंगे ने, रिजेक्ट कर देंगे हैं, ठीक है। अपनी कम्यूनिटी का एस्टैबलिश वे अक्सर की करते हैं रिजेक्ट। देख रहे मार्क पगेल का हाले आपको आंसर कितने मिल नहीं रहा, ठीक है। अ चेंज ऑफ लैंग्वेज में मीन अ लॉस ऑफ ट्रेडिशनल कल्चर। लैंग्वेज चेंज, लॉस ऑफ ट्रेडिशनल, ਇਹਦਾ मतलब जे एक दिन पंजाबी बोली खत्म होगी अपना कल्चर भी खत्म हो जाऊगा। आही गल होगी, कोई भी एक बोली का खत्म होना एक कल्चर के खत्म होने के बराबर है। कोई भी बोली का खत्म होना उनके कल्चर के खत्म होने के बराबर है। आप आ चीज़ लैके चलनी है। देखे रहे मार्क पगेल अपन किते मिलिया, किते नहीं मिलिया। सो होर किते मार्क पगेल की गल की गई है। आह वाला पैराग्राफ है, जो आप उपर ब्लैंक्स कर रहे थे उदों आप इत्थे मार्क पगेल वर्ड नूं फाइंड किया सीगा। वो कहता पे है लैंग्वेज इज ऑल्सो इंटीमेटली बाउंड विद अ कल्चर। लैंग्वेज जिहड़ा हैगा ये किते ना किते कल्चर दे नाल चलदा है। तो तुसीं अगे चलो। पगेल सेज एंड दिस कुड अफेक्ट आर थॉट्स एंड परसैप्शंस। मिलिया किते वर्ड वाला, ये चीज़ आपां नूं मिली कि पगेल सेज दिस कुड अफेक्ट आवर थॉट्स एंड परसैप्शंस। व्हाट इज द मीनिंग ऑफ थॉट? थॉट का मतलब की है, थिंकिंग लैवल। परसैप्शन का मतलब की है, समझण का तरीका, परसीविंग पावर। एंड थॉट की गल किते होई सी, थॉट की गल, थिंकिंग वे इज इक्वल टू थॉट। इट मीनस पगेल का आंसर की बनया 7। आंसर क्लीयर होया चंगी तरह? पक्की गल है? आप आंसर लभ्या नहीं, आंसर आप आया, ठीक है ना। एक एक चीज़ तुहाडे अगों निकलूगी। एक क्वेश्चन करन दा 1.5 मिनट मिलता एग्जाम च,
ਮੈਂ ਤੁਹਾਨੂੰ 5-5 ਮਿੰਟ ਦੇ ਹਿਸਾਬ ਨਾਲ ਕਰਵਾਉਣਾ ਪਿਆ ਕਿ ਤੁਹਾਨੂੰ ਇੱਕ ਇੱਕ ਚੀਜ਼ ਕਵਰ ਹੋ ਸਕੇ, ਪਰ ਆ ਨਹੀਂ ਭਾਵੇਂ ਕਰਕੇ 35 ਆਓ ਭਾਵੇਂ ਕਰਕੇ 32 ਆਓ, ਐਕੂਰੇਸੀ ਕਰਕੇ ਆਓ। ਉੱਥੇ ਸਭ ਤੋਂ ਪਹਿਲੇ ਆ ਜ਼ਰੂਰੀ ਹੈ। ਇਹੋ ਜਿਹੇ ਬੱਚੇ ਆ ਮੇਰੇ ਕੋਲ ਜਿਹੜੇ 30 ਕਰਕੇ ਆਏ ਤੇ 6.5 ਲੈ ਗਏ, ਮਤਲਬ 30 ਚੋਂ 28 ਠੀਕ। ਸੋ ਨਹੀਂ ਖਾਦੀ 40 ਤੇ 40 ਕਰਕੇ ਆਣੇ, ਇਹ ਗੱਲ ਪੱਲੇ ਬੰਨ ਲਿਓ। ਐਕੂਰੇਸੀ ਸਭ ਤੋਂ ਇੰਪੋਰਟੈਂਟ ਆ। ਇਹੀ ਗੱਲਾਂ ਜਦੋਂ ਆਪਾਂ IIT ਦਾ ਪੇਪਰ ਕਲੀਅਰ ਕਰਨਾ ਹੁੰਦਾ, PMT ਦਾ ਕਰਨਾ ਹੁੰਦਾ, ਨੀਟ ਦੇ ਕਰਨੇ ਹੁੰਦੇ ਆ, ਆਪਾਂ ਨੂੰ ਆਹੀ ਗੱਲ ਸਿਖਾਈ ਜਾਂਦੀ ਹੈ। ਐਕੂਰੇਸੀ ਮੈਟਰ ਕਰਦੀ ਹੈ। ਅੰਨ੍ਹੇਵਾਹ ਅੱਖਾਂ ਬੰਦ ਕਰਕੇ ਰੱਬ ਦਾ ਨਾਮ ਲੈ ਕੇ ABCD ਆਨਸਰ ਨਾ ਲਾ ਦਿਓ ਉੱਥੇ, ਇਦਾਂ ਨਹੀਂ ਕੰਮ ਚੱਲਦੇ ਹੁੰਦੇ। ਤੁਹਾਨੂੰ ਅਕਲ ਹੋਣੀ ਚਾਹੀਦੀ ਹੈ ਕੰਮ ਕਰਨ ਦੀ। ਸੋ ਇਹ ਚੀਜ਼ ਕਵਰ ਹੋ ਗਈ। ਮਾਰਕ ਪਗੇਲ ਇਜ਼ ਕਰੈਕਟ, ਪਰ ਇਹਦੇ ਨਾਲ ਆਪਾਂ ਨੂੰ ਆਹ ਪਤਾ ਲੱਗ ਗਿਆ ਪਗੇਲ ਦਾ ਆਨਸਰ ਇੱਕ ਹੀ ਹੈ। ਇਹਦਾ ਮਤਲਬ ਪਗੇਲ ਦਾ ਆਨਸਰ ਹੁਣ ਦੂਸਰਾ ਕਿਸੇ ਪਾਸਿਓ ਹੈ ਹੀ ਨਹੀਂ। ਸੋ ਪਗੇਲ 2 ਵਾਰ ਯੂਜ਼ ਹੁਣ ਨਹੀਂ ਹੋਊਗਾ। ਮਾਈ ਪੁਆਇੰਟ ਇਜ਼ ਕਲੀਅਰ। ਉਸ ਤੋਂ ਬਾਅਦ ਅੱਗੇ ਕੌਣ ਹੈ? ਚਲੋ ਜਿਹੜਾ ਮਰਜ਼ੀ ਆਪਾਂ ਨੂੰ ਮਿਲ ਜੇ, ਆਪਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਹੁਣ ਕਿ ਜਿਹੜਾ ਆਪਾਂ ਨੂੰ ਮਿਲ ਰਿਹਾ। ਸੋ ਜੇ ਆਪਾਂ ਮਾਰਕ ਕ੍ਰੋਸ ਵਾਲੇ ਪਾਸੇ ਚੱਲ ਰਹੇ ਸੀ, ਆਪਾਂ ਨੂੰ ਸਭ ਤੋਂ ਉੱਪਰ ਮਾਈਕਲ ਕ੍ਰੋਸ ਮਿਲਿਆ। ਉਹ ਕੀ ਕਹਿ ਰਿਹਾ ਸੀ? ਇਫ ਇਟ ਇਜ਼ ਸਪੋਕਨ ਬਾਈ ਅ ਚਿਲਡਰਨ ਇਟ ਇਜ਼ ਰੈਲੇਟਿਵਲੀ ਸੇਫ। The critically endangered languages are those that are only spoken by the elderly according to Michael Cross। ਕਿਤੇ ਵੀ ਇਹ ਗੱਲ ਹੋਈ ਹੈ ਚਿਲਡਰਨ ਦੀ ਤੇ ਐਲਡਰਲੀ ਦੀ ਗੱਲ ਕਿਤੇ ਵੀ ਹੋਈ ਹੈ? ਆਪਾਂ ਇੰਨਾ ਵੱਡਾ ਡਾਟਾ ਲਿਖ ਲਿਆ, ਕਿਤੇ ਵੀ ਚਿਲਡਰਨ ਦੀ ਗੱਲ ਤੇ ਜਾਂ ਐਲਡਰਲੀ ਦੀ ਗੱਲ ਇਕੱਠਿਆ ਹੋਈ? ਸੋ ਇਟ ਮੀਨਸ ਮਾਈਕਲ ਕ੍ਰੋਸ ਆਨਸਰ ਕਿਤੇ ਹੈ ਹੀ ਨਹੀਂ। ਹੁਣ ਆਪਣੇ ਕੋਲ ਔਥਰ ਬਚੇ ਆ 3 ਤੇ ਕੁਐਸਚਨ ਬਚੇ ਆ 4। ਇਹਦਾ ਮਤਲਬ ਕੀ ਹੋ ਗਿਆ? 2 ਫਾਈਂਡ ਕਰ ਲਓ, ਤੀਸਰਾ ਆਪੇ ਆਨਸਰ ਤੁਹਾਡੇ ਸਾਹਮਣੇ ਹੋਊਗਾ। ਠੀਕ ਹੈ, ਚਲੋ ਹੁਣ ਆਪਾਂ ਕਿਹੜਾ ਫਾਈਂਡ ਕਰੀਏ ਜੀ? ਕੋਈ ਹੋਰ ਤੁਹਾਡੇ ਅੱਗੇ ਦਿਖ ਰਿਹਾ ਹੋਵੇ? ਹਾਂਜੀ, ਜਿਹੜਾ ਤੁਸੀਂ ਕਹਿ ਦੋਗੇ ਮੈਂ ਕਰਵਾ ਦਾਂਗਾ, ਉਹਦੇ ਨਾਲ ਮੈਨੂੰ ਤਾਂ ਕੋਈ ਇਸ਼ੂ ਹੀ ਨਹੀਂ। ਨਿਕੋਲਸ ਔਸਲਰ ਅਗਲੀ ਲਾਈਨ 'ਚ ਹੀ ਆ ਰਿਹਾ ਹੈ ਨਾ। ਚਲੋ, Why do people reject the language of their parents? ਕਿਉਂ ਬੱਚਾ ਆਪਣੀ ਮਾਂ ਬੋਲੀ ਨੂੰ ਖਤਮ ਕਰ ਦਿੰਦਾ ਹੈ? It begins with a crisis of confidence। ਜਦੋਂ ਕ੍ਰਾਈਸਿਸ ਆਉਂਦਾ ਹੈ ਕੌਨਫੀਡੈਂਸ ਖਤਮ ਹੁੰਦਾ ਆ। When a small community word ਮਿਲਣਾ ਸ਼ੁਰੂ ਹੋਇਆ ਕਿਤੇ ਨਾ ਕਿਤੇ। ਕਮਿਊਨਿਟੀ ਵਰਡ ਆਪਣਾ ਕਿਹੜੇ ਪੈਰਾਗ੍ਰਾਫ 'ਚ ਯੂਜ਼ ਹੋਇਆ ਹੈ? ਮੈਨੂੰ ਦੱਸ ਸਕਦੇ ਹੋ? 8th ਦੇ ਵਿੱਚ ਆਪਣਾ ਕਿਤੇ ਨਾ ਕਿਤੇ ਕਮਿਊਨਿਟੀ ਵਰਡ ਯੂਜ਼ ਹੋਇਆ। ਕਮਿਊਨਿਟੀ ਵਿਲ ਬੀ ਇਕੁਅਲ ਟੂ ਕਮਿਊਨਿਟੀ, ਤੇ ਮਾਂ ਪਿਓ ਦੀ ਕਮਿਊਨਿਟੀ ਇਜ਼ ਇਕੁਅਲ ਟੂ ਐਸਟੈਬਲਿਸ਼ ਕਮਿਊਨਿਟੀ। ਮਾਂ ਪਿਓ ਦੀ ਕਮਿਊਨਿਟੀ ਹੈ ਜਿਹੜੀ ਲੈਂਗੁਏਜ ਬੱਚੇ ਨੂੰ ਬਣੀ ਬਣਾਈ ਮਿਲ ਰਹੀ ਆ, ਉਹ ਕਿਹੜੀ ਲੈਂਗੁਏਜ ਹੈ? ਡੈਟ ਇਜ਼ ਐਸਟੈਬਲਿਸ਼ਡ। ਮੇਰਾ ਪੁਆਇੰਟ ਕਲੀਅਰ ਹੋਇਆ ਸਾਰਿਆਂ ਨੂੰ? ਠੀਕ ਹੈ। ਇਟ ਬਿਗਨਸ ਹੋ ਗਿਆ ਵੈਨ ਅ ਸਮੋਲ ਕਮਿਊਨਿਟੀ ਫਾਈਂਡ ਇਟਸੈਲਫ ਅਲੋਂਗਸਾਈਡ ਅ ਲਾਰਜਰ ਵੈਲਦਲ ਕਮਿਊਨਿਟੀ। ਜਦੋਂ ਨਿੱਕੀ ਕਮਿਊਨਿਟੀ ਆਪਣੇ ਆਪ ਨੂੰ ਇੱਕ ਵੱਡੀ ਕਮਿਊਨਿਟੀ ਦੇ ਵਿੱਚ ਪਾਉਂਦੀ ਹੈ, ਅਮੀਰ ਕਮਿਊਨਿਟੀ 'ਚ ਪਾਉਂਦੀ ਹੈ, ਉਸ ਵੇਲੇ ਕੀ ਹੁੰਦਾ ਹੈ? ਵਾਈ ਡੂ ਪੀਪਲ ਰਿਜੈਕਟ ਦ ਲੈਂਗੁਏਜ? ਰਿਜੈਕਟ ਵਰਡ ਮਿਲ ਗਿਆ ਆਫ ਦੇਅਰ ਪੈਰੈਂਟਸ, ਮਤਲਬ ਮਾਂ ਪਿਓ ਤੋਂ ਬੱਚੇ ਕੀ ਹੋਣਗੇ? ਯੰਗ ਹੀ ਹੋਣਗੇ। ਆਨਸਰ ਕਿਤੇ ਨਾ ਕਿਤੇ ਆਪਣਾ ਮਿਲ ਗਿਆ। ਆਨਸਰ ਵਿਲ ਬੀ ਸੀ ਦਾ ਆਨਸਰ ਕੀ ਹੈ? ਨਿਕੋਲਸ ਔਸਲਰ। 8th ਦਾ ਆਨਸਰ ਬਣ ਗਿਆ ਨਾ ਨਿਕੋਲਸ। ਤੁਸੀਂ 8th ਕਿਹਾ, ਮੈਂ 8th ਨੂੰ ਫਾਈਂਡ ਕਰਕੇ ਸੀ 'ਚ ਲੈਣ ਦਾ। ਪਰ ਨਾਲ ਦੇਖੋ, ਪੀਪਲ ਲੂਜ਼ ਫੇਥ ਇਨ ਦੇਅਰ ਕਲਚਰ। ਉਹ ਆਪਣੇ ਕਲਚਰ ਨੂੰ ਖਤਮ ਕਰ ਦਿੰਦੇ ਹੈ। ਵੈਨ ਦਾ ਨੈਕਸਟ ਜਨਰੇਸ਼ਨ ਮਤਲਬ ਜਿਹੜੀ ਯੰਗ ਜਨਰੇਸ਼ਨ ਆ ਰਹੀ ਆ, ਰੀਚਿਸ ਦੇਅਰ ਟੀਨਸ, ਜਦੋਂ ਨੌਜਵਾਨੀ 'ਚ ਆਉਂਦੇ ਹੈ, ਦੇ ਮਾਈਟ ਨੋਟ ਵਾਂਟ ਟੂ ਬੀ ਇੰਡਿਊਸਡ ਇਨਟੂ ਦਾ ਓਲਡ ਟ੍ਰੈਡੀਸ਼ਨ। 2 ਪਾਸਿਓ ਆਨਸਰ ਮਿਲ ਗਿਆ। ਵਾਟ ਇਜ਼ ਦ ਮੀਨਿੰਗ ਆਫ ਓਲਡ ਟ੍ਰੈਡੀਸ਼ਨ? ਐਸਟੈਬਲਿਸ਼ਡ ਟ੍ਰੈਡੀਸ਼ਨ। ਅੱਜ ਆਪਾਂ ਆਪਣੇ ਮਾਪਿਓ ਦੇ ਪੈਰੀ ਹੱਥ ਲਾਉਂਦੇ ਆ, ਆਪਾਂ ਵੱਡਿਆਂ ਦੀ ਇੱਜ਼ਤ ਕਰਦੇ ਆ, ਆਪਾਂ ਹੱਥਾਂ ਨਹੀਂ ਮਿਲਾਉਂਦੇ ਨਾ ਹਾਲੇ। ਇਹ ਆਪਣਾ ਐਸਟੈਬਲਿਸ਼ਡ ਟ੍ਰੈਡੀਸ਼ਨ ਹੈ। ਅੰਗਰੇਜ਼ ਲੋਕ ਵੱਡਿਆਂ ਦੇ ਵੀ ਹੱਥ ਮਿਲਾਉਂਦੇ ਆ, ਸ਼ੇਕ ਹੈਂਡ ਕਰਦੇ ਆ, ਇਹ ਉਹਨਾਂ ਦਾ ਐਸਟੈਬਲਿਸ਼ਡ ਟ੍ਰੈਡੀਸ਼ਨ ਹੈ। ਸੋ ਕਿਉਂ ਬੱਚਾ ਅੱਜ ਦਾ ਐਸਟੈਬਲਿਸ਼ਡ ਟ੍ਰੈਡੀਸ਼ਨ ਖਤਮ ਕਰਦਾ ਪਿਆ? ਇਹ ਗੱਲ ਕਿੰਨੇ ਕਹੀ ਸੀ? ਔਸਲਰ ਨੇ। ਆਈ ਹੋਪ 3 ਖਤਮ ਹੋ ਚੁੱਕੇ ਹੋਏ ਆ। ਸੋ ਇੱਥੇ ਹੀ ਔਸਲਰ ਖਤਮ ਹੋ ਗਿਆ, ਕਿਉਂਕਿ ਆਪਾਂ ਅੱਗੇ ਚੱਲੀਏ ਤਾਂ ਚੇਂਜ ਇਜ਼ ਨੋਟ ਆਲਵੇਜ਼ ਵਲੰਟਰੀ, ਮਾਈਨੋਰਿਟੀ ਲੈਂਗੁਏਜ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ। ਅੱਗੇ ਮਫੇਨ ਆ ਗਿਆ। ਇਹਦਾ ਮਤਲਬ ਕੀ ਹੋ ਗਿਆ? B ਤੇ E ਬਚੀ ਹੈ ਤੇ ਦੋਵਾਂ ਚੋਂ ਕਿਸੇ ਇੱਕ ਦਾ ਆਨਸਰ 2 ਵਾਰ ਯੂਜ਼ ਹੋਣਾ। ਮੇਰਾ ਪੁਆਇੰਟ ਸਮਝ ਰਹੇ ਹੋ? B ਤੇ E ਬਚੀ ਹੈ, ਇਹਦਾ ਮਤਲਬ ਦੋਵਾਂ ਚੋਂ ਕਿਸੇ ਇੱਕ ਦਾ ਆਨਸਰ। ਹੁਣ ਦੇਖੋ ਐਗਜ਼ਾਮ ਦੇ ਵਿੱਚ ਮੰਨ ਲਓ ਟਾਈਮ ਖਤਮ ਹੋ ਰਿਹਾ ਹੈ, ਤੁਹਾਡੇ ਕੋਲ ਟਾਈਮ ਖਤਮ ਹੋ ਗਿਆ, ਕਈ ਵਾਰ ਘਬਰਾਹਟ ਹੁੰਦੀ ਬੱਚੇ ਨੂੰ ਬਹੁਤ, ਤਾਂ ਵੀ 3 ਚੋਂ 1 ਤਾਂ ਠੀਕ ਹੋਊਗਾ। ਜੇ ਤੁੱਕਾ ਵੀ ਤਾਂ ਮਾਰੋਗੇ, ਤੁੱਕਾ ਕਹਿੰਦੇ ਅਕਲ ਨਾਲ ਵੱਜਦਾ ਹੈ, ਉਹ ਅਕਲ ਕਰੋ। ਮੰਨ ਲਓ ਹੁਣ ਤੁੱਕਾ ਮਾਰਨ ਦਾ ਟਾਈਮ ਆ ਗਿਆ, 2 ਕੁਐਸਚਨ ਨੇ, 3 ਕੁਐਸਚਨ ਹੈ, ਔਥਰ 2 ਨੇ, ਕਿਸੇ ਇੱਕ ਔਥਰ ਦਾ ਨਾਮ 2 ਵਾਰੀ ਲਿਖ ਵੀ ਦਿਓਗੇ ਤਾਂ ਵੀ ਇੱਕ ਠੀਕ ਹੋਣਾ ਹੀ ਹੋਣਾ, ਜੇ ਪ੍ਰੋਬੇਬਿਲਿਟੀ 99% ਤੇ ਜਾਊਗੀ। ਮੇਰਾ ਪੁਆਇੰਟ ਸਮਝ ਰਹੇ ਹੋ ਮੈਂ ਕੀ ਕਹਿ ਰਿਹਾ? ਪਰ ਆਪਾਂ ਤੁੱਕਿਆਂ ਵਾਲੀ ਗੱਲਾਂ 'ਚ ਆਈਏ ਹੀ ਕਿਉਂ? ਜੇ ਤੁੱਕਾ ਮਾਰਨਾ ਵੀ ਪੈ ਗਿਆ ਉਹ ਵੀ ਅਕਲ ਨਾਲ ਮਾਰਾਂਗੇ, ਪਰ ਪਰਮਾਤਮਾ ਕਰੇ ਆਪਾਂ ਆਈਏ ਹੀ ਕਿਉਂ? ਆਪਾਂ ਨੌਲੇਜ ਨਾਲ ਚੱਲੀਏ। ਨੌਲੇਜ ਇਜ਼ ਪਾਵਰ ਐਂਡ ਇਮੈਜੀਨੇਸ਼ਨ ਇਜ਼ ਮੋਰ ਪਾਵਰਫੁਲ ਦੈਨ ਨੌਲੇਜ। ਇਮੈਜੀਨੇਸ਼ਨ ਵਧਾਓ ਆਪਣੀ, ਨੌਲੇਜ ਆਪੇ ਭਾਈਦੀ ਆਊਗੀ। ਹੁਣ ਮੈਨੂੰ ਮਫਿਨ ਤੇ ਡਗ ਵੈਲਨ ਦਾ ਰਹਿ ਗਿਆ।
ਜਿਹੜਾ ਅੱਗੇ ਆ ਗਿਆ ਆ ਮਫਨ ਅੱਗੇ ਆ ਚੁੱਕਾ ਹੋਇਆ ਮਫਨ ਆ ਗਿਆ ਆਪਣੇ ਕੋਲ ਅੱਗੇ ਹੁਣ ਦੇਖੋ ਮਫਨ ਦਾ ਇਸੇ ਪੈਰਾਗ੍ਰਾਫ 'ਚ ਇਹ ਕਿਹੜਾ ਪੈਰਾਗ੍ਰਾਫ ਹੈ ਸਟੂਡੈਂਟਸ ਹੁਣ ਮੇਰੀ ਗੱਲ ਸੁਣੋ ਰੁਕੋ ਆਪਣੇ ਕੋਲ ਸਭ ਤੋਂ ਪਾਵਰਫੁਲ ਵਰਡ ਬਚਿਆ ਹੋਇਆ ਜਿਹੜਾ ਇਨਸਾਨ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਬੋਲਦਾ ਹੈ ਇੱਕ ਤੋਂ ਜ਼ਿਆਦਾ ਬੋਲਣ ਵਾਲਾ ਜਾਂ ਤਾਂ ਮਲਟੀਲਿੰਗੁਅਲ ਵੀ ਹੋ ਸਕਦਾ ਜੇ ਦੋ ਤੋਂ ਜ਼ਿਆਦਾ ਆ ਗਈਆਂ ਜਾਂ ਬਾਈਲਿੰਗੁਅਲ ਵੀ ਪਹਿਲੇ ਵਰਡ ਲੱਭੋ ਕਿੱਥੇ ਆ ਬਾਈਲਿੰਗੁਅਲ ਤੇ ਜਾਂ ਮਲਟੀਲਿੰਗੁਅਲ ਸੈਕੰਡ ਲਾਸਟ ਪੈਰਾ ਤੁਹਾਨੂੰ ਮਿਲ ਵੀ ਗਿਆ ਕਿੱਥੇ ਆ ਮੈਨੂੰ ਤਾਂ ਮਿਲਿਆ ਨਹੀਂ हाँ पैराग्राफ नंबर 7 ठीक है ना 1 2 3 4 5 6 7 ਤੇ ਇਹਦੇ ਵਿੱਚ ਉਹ ਆਪਾਂ ਨੂੰ ਕੀ ਕਹਿ ਰਿਹਾ ਕਿੱਥੇ ਤੁਹਾਨੂੰ ਮਿਲ ਰਿਹਾ ਵਾਲਾ ਹਾਂ ਵੈਰੀ ਨਾਈਸ ਸੋ ਆਪਾਂ ਨੂੰ ਆਨਸਰ ਤੋਂ ਕੀ ਫਾਈਂਡ ਹੋਇਆ ਹੈ ਕਿ ਉਹਨੇ ਕਿਹਾ ਸੀਗਾ ਮੋਸਟ ਆਫ ਮਤਲਬ ਡਗ ਵੈਲਨ ਕੀ ਕਹਿ ਰਿਹਾ ਦਾ ਫਾਊਂਡਰ ਐਂਡ ਪ੍ਰੈਜ਼ੀਡੈਂਟ ਆਫ ਐਂਡੇਂਜਰਡ ਲੈਂਗੁਏਜ ਫੰਡ ਇਨ ਨਿਊ ਹੈਵਨ ਕਨੈਕਟੀਕਟ most of these languages will not survive without a large degree of bilingualism. And what is the meaning of bilingualism? हाँ दसो bilingualism ਦਾ ਮਤਲਬ ਕੀ ਹੁੰਦਾ ਹੈ more than one language. Very good. So ਇਹ ਆਪਣਾ ਸਾਰਾ ਦਾ ਸਾਰਾ ਆਨਸਰ ਇੱਥੋਂ ਨਿਕਲਿਆ ਆ ਸੋ ਆਪਾਂ ਨੂੰ ਬਾਕੀ ਫਾਈਂਡ ਕਰਨ ਦੀ ਲੋੜ ਹੀ ਨਹੀਂ bilingualism is equal to more than one language. So answer will be E. Doug Wellen. Is it clear? ਹੁਣ ਆਪਣੇ ਕੋਲ ਦੋ ਬਚੇ ਹੈ 6th and 9th. ਸੋ ਜਾਂ ਦਾ ਆਨਸਰ B ਹੈ ਦੋਵਾਂ ਦਾ ਤੇ ਜਾਂ ਦੋਵਾਂ ਚੋਂ ਇੱਕ ਦਾ B ਹੈ ਤੇ ਜਾਂ ਇੱਕ ਦਾ E ਹੈ ਸੋ ਹੁਣ ਤੁਸੀਂ ਇੱਕ ਮਿੰਟ ਅੱਗੇ ਤੱਕ ਫਾਈਂਡ ਕਰਕੇ ਦੇਖ ਲਓ ਕਿਤੇ ਹੋਰ ਮਿਲ ਰਿਹਾ ਸਿਮਿਲਰ ਅਪਰੋਚ ਇਨ ਹਵਾਈ ਹੈਜ਼ ਪ੍ਰੋਡਿਊਸ 8000 ਨਿਊ ਸਪੀਕਰ ਆਫ ਪੋਲੀਨੇਸ਼ੀਅਨ ਲੈਂਗੁਏਜ ਇਨ ਦਾ ਪਾਸਟ ਫਿਊ ਈਅਰਸ ਇਨ ਕੈਲੀਫੋਰਨੀਆ ਅਪ੍ਰੈਂਟਿਸ ਪ੍ਰੋਗਰਾਮ ਆ ਚੱਲੇ ਵਲੰਟੀਅਰ ਅਪ੍ਰੈਂਟਿਸ ਚੱਲਿਆ ਅਮਰੀਕਨ ਟੰਗ ਨੂੰ ਬਚਾਇਆ ਗਿਆ after 300 hours of training they are generally sufficiently fluent transmit the language to next generation but muffin ਵਾਪਸ muffin ਆ ਗਿਆ ਇਹਦਾ ਮਤਲਬ ਕਾਮਨ ਸੈਂਸ ਯੂਜ਼ ਕਰੋ ਸਾਰੇ ਆਨਸਰ ਖਤਮ ਹੋ ਚੁੱਕੇ ਹੈ 6th ਦਾ ਵੀ B ਹੈ 9th ਦਾ ਵੀ B ਹੈ So, but Muffin says that preventing a language dying out, ਇੱਕ ਲੈਂਗੁਏਜ ਨੂੰ ਮਰਨ ਤੋਂ ਬਚਾਉਣ ਦੇ ਲਈ ਕੋਈ ਵਰਡ ਹੈਗਾ ਸੇਵਿੰਗ ਅ ਲੈਂਗੁਏਜ ਕਿਸੇ ਚੀਜ਼ ਨੂੰ ਪ੍ਰੀਵੈਂਟ ਕਰਨਾ ਪ੍ਰੀਜ਼ਰਵ ਕਰਨਾ ਜਾਂ ਕਿਸੇ ਚੀਜ਼ ਨੂੰ ਸੇਵ ਕਰਨਾ ਇਜ਼ ਇਕੁਅਲ ਟੂ ਪ੍ਰੀਜ਼ਰਵਿੰਗ ਸੇਵਿੰਗ ਅ ਲੈਂਗੁਏਜ ਫॉर ਡਾਈਂਗ ਆਊਟ ਇਜ਼ ਨੋਟ ਦਾ ਸੇਮ ਐਜ਼ ਗਿਵਿੰਗ ਇਟ ਅ ਨਿਊ ਲਾਈਫ ਕਹਿੰਦਾ ਕਿਸੇ ਲੈਂਗੁਏਜ ਨੂੰ ਮਰਨ ਤੋਂ ਬਚਾਉਣਾ ਉਹਨੂੰ ਨਵੀਂ ਜ਼ਿੰਦਗੀ ਦੇਣ ਦੇ ਬਰਾਬਰ ਨਹੀਂ ਹੈਗਾ ਸੋ ਆਪਣਾ ਪ੍ਰਾਇਮਰੀ ਇਜ਼ ਇਕੁਅਲ ਟੂ ਪ੍ਰਾਇਮਰੀ ਹੋ ਚੁੱਕਾ ਹੋਇਆ ਸੋ ਸਮੇਂ ਨੂੰ ਬਚਾਉਂਦੇ ਹੋਏ ਆਨਸਰ B ਚੱਲ ਪਿਆ as giving it preserving a language is more like preserving fruits in a jar so ਇਹਦੇ ਨਾਲ preservation can bring a language back from the dead ਆਪਾਂ ਕਿਸੇ ਲੈਂਗੁਏਜ ਨੂੰ ਪ੍ਰੀਜ਼ਰਵ ਕਰਕੇ ਮਰਨ ਤੋਂ ਬਚਾ ਸਕਦੇ ਹਾਂ ਪਰ ਇਹਦਾ ਮਤਲਬ ਆ ਨਹੀਂ ਹੈਗਾ ਕਿ ਉਹ ਤੁਰ ਪਏ ਜਾਂ ਨਾ ਤੁਰ ਪਏ ਇਹਦਾ ਮਤਲਬ ਇਟ ਇਜ਼ ਨੋਟ ਅ ਸੈਟਿਸਫੈਕਟਰੀ ਗੋਲ ਸੋ ਆਨਸਰ ਇਜ਼ ਕਲੀਅਰ ਇੱਕ ਆਨਸਰ ਰਹਿ ਗਿਆ ਬਸ ਆਪਣਾ ਲੈਂਗੁਏਜ ਚੇਂਜ ਲੋਸ ਆਫ ਕਲਚਰਲ ਲੋਸ ਆਫ ਟ੍ਰੈਡੀਸ਼ਨਲ ਕਲਚਰ ਹਾਂਜੀ ਬੋਲੋ ਕਿਹਦਾ 9th ਦਾ C ਆਪਾਂ ਲਗਾ ਚੁੱਕੇ ਹਾਂ ਕਿੰਨੇ ਕਾ 9th ਦਾ C ਹੈ ਮੈਨੂੰ ਕਿਉਂ ਕਨਫਿਊਜ਼ ਕਰ ਰਹੇ ਹੋ 8th ਦਾ C ਲਾਇਆ ਆਪਾਂ 9th ਦਾ C ਦਿਖਾਓ ਕਿਹੜੇ ਪਾਸੇ ਬਣਿਆ ਕਿਹੜੇ ਪਾਸੇ ਬਣ ਰਿਹਾ 9th ਦਾ C ਮੈਂ ਦੱਸੋ ਨਾ ਤੁਸੀਂ ਤੇ ਰਿਜੈਕਸ਼ਨ ਕਮਿਊਨਿਟੀ ਦੀ ਗੱਲ ਚੱਲਦੀ ਪਈ ਰਿਜੈਕਸ਼ਨ ਕਮਿਊਨਿਟੀ ਦਾ ਮਾਈਕਲ ਔਸਟਰ ਚੱਲਦਾ ਪਿਆ ਧਿਆਨ ਨਾਲ ਦੇਖੋ ਤੁਸੀਂ ਆਪ ਹੀ ਕਨਫਿਊਜ਼ ਹੋਏ ਪਏ ਹੋ ਤਾਂ ਹੀ ਤਾਂ ਕਹਿੰਦਾ ਸ਼ੀਟਾਂ ਉੱਪਰ ਨਾ ਗੰਦ ਮਾਰਿਆ ਕਰੋ ਐਗਜ਼ਾਮ ਦੇ ਵਿੱਚ ਇੱਕ ਰਫ ਸ਼ੀਟ ਜਿਹੜੀ ਮਿਲਦੀ ਹੈ ਉਹਦੇ ਉੱਤੇ ਖਲਾਰੇ ਪਾ ਲਓ ਜਿਹੜੇ ਪਾਣੇ ਆ ਆਪਾਂ ਕੁਐਸਚਨ ਪੇਪਰ ਤੇ ਪਾ ਲੈਂਦੇ ਆ ਆਹੀ ਕਨਫਿਊਜ਼ਨ ਤੁਹਾਨੂੰ ਕੁਐਸਚਨ ਪੇਪਰ 'ਚ ਹੋਣੀ ਹੈ ਫਿਰ ਆਪਾਂ ਕਹਿਣਾ ਮੇਰੀ ਕਿਸਮਤ ਮਾੜੀ ਆ ਫਿਰ ਆਪਾਂ ਰੱਬ ਨੂੰ ਤਾਨੇ ਮਾਰਨੇ ਆ ਕਿਉਂਕਿ ਆਪਣਾ ਕਸੂਰ ਤਾਂ ਕਿਸੇ ਨੇ ਕੱਢਣਾ ਹੀ ਨਹੀਂ ਜਾਂ ਟੀਚਰ ਨੇ ਗਲਤ ਪੜ੍ਹਾਤਾ ਤੇ ਜਾਂ ਮਾਪਿਓ ਨੇ ਸਪੋਰਟ ਨਹੀਂ ਕੀਤੀ ਜਾਂ ਰੱਬ ਦੀ ਕਿਸਮਤ ਦਿੱਤੀ ਮਾੜੀ ਆਪਣਾ ਥੋੜਾ ਕੋਈ ਕਸੂਰ ਹੈ ਹੁਣ ਸਮਝ ਲੱਗ ਗਿਆ ਹਾਂ ਇੱਕ ਆਪਣੇ ਕੋਲ ਰਹਿ ਗਿਆ ਜੀ ਆ ਚੇਂਜ ਆਫ ਲੈਂਗੁਏਜ ਮੇ ਮੀਨ ਆ ਲੋਸ ਆਫ ਟ੍ਰੈਡੀਸ਼ਨਲ ਕਲਚਰ ਬਸ ਹੁਣ ਇਹ ਫਾਈਂਡ ਕਰ ਲਓ ਕਿੱਥੇ ਹੈ ਹਾਂ ਵਾਟ ਇਜ਼ ਦ ਮੀਨਿੰਗ ਆਫ ਲੋਸ ਆਫ ਡਾਈਵਰਸਿਟੀ ਹਾਂ ਸੋਸਾਇਟੀ ਲੈਂਗੁਏਜ ਚੇਂਜ ਹੋਣਾ ਸੋ ਪੈਰਾਗ੍ਰਾਫ ਮਤਲਬ ਨੰਬਰ ਵੈਰੀ ਗੁੱਡ 6 ਹੁਣ ਮੈਨੂੰ ਦੱਸੋ ਕੀ ਆਨਸਰ ਹੈ
ਲੈਂਗੁਏਜ ਇਜ਼ ਆਲਸੋ, ਹੁਣ ਦੇਖੋ ਆ ਸਾਰੀ ਗੱਲ ਮਫਿਨ ਦੀ ਚੱਲਦੀ ਆ ਰਹੀ ਹੈ ਉੱਪਰੋਂ, ਕੋਈ ਵੀ ਨਵਾਂ ਆਥਰ ਨਹੀਂ ਆਇਆ ਰਸਤੇ ਦੇ ਵਿੱਚ। ਲੈਂਗੁਏਜ ਇਜ਼ ਆਲਸੋ ਇੰਟੀਮੇਟਲੀ ਬਾਉਂਡ ਅਪ ਵਿਦ ਕਲਚਰ, ਲੈਂਗੁਏਜ ਕਿਹਦੇ ਨਾਲ ਜੁੜੀ ਹੋਈ ਹੈ? ਕਲਚਰ ਦੇ ਨਾਲ। ਸੋ ਇੱਕ ਆਪਾਂ ਨੂੰ ਲੈਂਗੁਏਜ ਮਿਲ ਗਿਆ, ਇੱਕ ਆਪਾਂ ਨੂੰ ਕਲਚਰ ਮਿਲ ਗਿਆ। ਸੋ ਇਟ ਮੇ ਬੀ ਡਿਫਿਕਲਟ ਟੂ ਪ੍ਰੀਜ਼ਰਵ ਵਨ ਵਿਦਾਊਟ ਅਨਦਰ, ਇੱਕ ਤੋਂ ਬਿਨਾਂ ਦੂਜੇ ਨੂੰ ਬਚਾਉਣਾ ਬਹੁਤ ਜ਼ਿਆਦਾ ਔਖਾ ਹੈ। ਠੀਕ ਹੈ, ਇਫ ਅ ਪਰਸਨ ਸ਼ਿਫਟਸ ਫਰੋਮ ਨਵਾਜ਼ੋ ਟੂ ਇੰਗਲਿਸ਼ ਦੇ ਮੇ ਲੂਜ਼ ਸਮਥਿੰਗ। ਇਹਦਾ ਮਤਲਬ ਕੀ ਹੋ ਗਿਆ? ਜਦੋਂ ਆਪਾਂ ਇੱਕ ਚੀਜ਼ ਤੋਂ ਦੂਜੀ ਚੀਜ਼ ਦੇ ਵਿੱਚ ਸ਼ਿਫਟ ਕਰਦੇ ਹਾਂ ਤੇ ਉਹਦੇ ਨਾਲ ਆਪਣਾ ਕੁਛ ਨਾ ਕੁਛ ਖਤਮ ਹੁੰਦਾ ਹੈ। ਜੇ ਆਪਾਂ ਨਵਾਜ਼ੋ ਤੋਂ ਇੰਗਲਿਸ਼ 'ਚ ਜਾਵਾਂਗੇ, ਇਹਦੇ ਵਿੱਚ ਕਿਤੇ ਨਾ ਕਿਤੇ ਆਪਣਾ ਕਲਚਰ ਖਤਮ ਹੁੰਦਾ ਹੈ। ਆਪਾਂ ਨੂੰ ਇੰਨਾ ਡੀਪ ਜਾਣ ਦਾ ਜ਼ਰੂਰਤ ਹੀ ਨਹੀਂ। ਇੱਕ ਪ੍ਰਾਇਮਰੀ ਦਾ ਕੀਵਰਡ ਫਾਈਂਡ ਹੋ ਗਿਆ ਲੈਂਗੁਏਜ, ਇੱਕ ਸੈਕੰਡਰੀ ਦਾ ਫਾਈਂਡ ਹੋ ਗਿਆ ਕਲਚਰ, ਤੇ ਮੋਰ ਓਵਰ ਆਪਾਂ ਨੂੰ ਚੇਂਜ ਵੀ ਮਿਲ ਗਿਆ। ਇਫ ਅ ਪਰਸਨ ਸ਼ਿਫਟਸ ਫਰੋਮ, ਵਾਟ ਇਜ਼ ਦ ਮੀਨਿੰਗ ਆਫ ਸ਼ਿਫਟ? ਇਫ ਅ ਪਰਸਨ changes from Navajo to English, your answer will be B. So author heading clear ਹੋਈ ਸਾਰਿਆਂ ਨੂੰ? ਸੋ ਵਧੀਆ ਬੈਂਡ ਲੈਣੇ ਆ, ਠੀਕ ਹੈ, ਜਿਵੇਂ ਆਪਣੇ ਆ ਰਹੇ ਆ 7 8 9 ਉਵੇਂ ਹੀ ਤੁਸੀਂ ਲੈਣੇ ਆ। ਕੋਈ ਪ੍ਰੋਬਲਮ ਆਉਂਦੀ ਆ ਮੈਨੂੰ ਡਾਇਰੈਕਟਲੀ ਪੁੱਛੋ, ਠੀਕ ਹੈ ਜੀ, ਧੰਨਵਾਦ।